ਸਤਿ ਸ਼੍ਰੀ ਅਕਾਲ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦੀ ਸਰਕਾਰ ਨੇ ਪੱਕੀ ਜ਼ਮਾਨਤ ਕੀਤੀ ਰੱਦ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੀ ਇਸ ਮਾੜੀ ਕਾਰਵਾਈ ਨੂੰ ਦੱਸਿਆ ਮੰਦਭਾਗਾ। ਕਿਹਾ ਅਜਿਹਾ ਕਰਕੇ ਸਰਕਾਰਾਂ ਸਿੱਖਾਂ ਨਾਲ ਅਪਣਾ ਰਹੀਆਂ ਹਨ ਵੱਖਰੇ ਕਾਨੂੰਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ। ਕਾਂਗਰਸ ਦੇ ਹੋਏ ਡਾਕਟਰ ਧਰਮਵੀਰ ਗਾਂਧੀ ਅੱਜ ਕੀਤਾ ਪਾਰਟੀ ਨੂੰ ਜੁਆਇਨ। ਕੋਰਟ ਨੇ 15 ਅਪ੍ਰੈਲ ਤੱਕ ਕੇਜਰੀਵਾਲ ਨੂੰ ਭੇਜਿਆ ਤਿਹਾੜ ਜੇਲ੍ਹ। ਈਡੀ ਦੇ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਪਾਇਆ ਕੇਜਰੀਵਾਲ। किसानी संघर्ष दौरान किसानां दीयां शहीदियां रुकण दा नाम नहीं लै रहीआं। शंभू बार्डर उपर एक होर किसान शहीद हो गए। बीते दिनी साबका फौजी दया सिंह दी शंभू बार्डर उत्ते मौत हो गई है। ते हुण खबरां विस्तार दे नाल। करीब 3 दहाके जेल दे विच नज़रबंद रहे भाई गुरमीत सिंह नूं मिली पक्की जमानत रद्द करना बेहद मंदभागा है। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇੱਕ ਪਾਸੇ ਸਿੱਖ ਕੌਮ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਪੱਕੀ ਜ਼ਮਾਨਤ ਤੇ ਆਏ ਸਿੰਘਾਂ ਦੀਆਂ ਜ਼ਮਾਨਤਾਂ ਰੱਦ ਕਰਕੇ ਹੋਰ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਇੰਜ ਲੱਗਦਾ ਹੈ ਜਿਵੇਂ ਸਰਕਾਰਾਂ ਜਾਣਬੁੱਝ ਕੇ ਸਿੱਖ ਮਸਲਿਆਂ ਨੂੰ ਉਲਝਾਏ ਰੱਖ ਕੇ ਆਪਸੀ ਰਾਜਸੀ ਹਿੱਤ ਪੂਰੇ ਕਰਨਾ ਚਾਹੁੰਦੀ ਹੈ। ਤੇ ਐਡਵੋਕੇਟ ਧਾਮੀ ਨੇ ਸਰਕਾਰਾਂ ਨੂੰ ਇਸ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਮਨੁੱਖੀ ਹੱਕਾਂ ਦੇ ਵਿਰੁੱਧ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਸਮਾਜ ਲਈ ਠੀਕ ਨਹੀਂ ਹੈ। ਜੇਕਰ ਸਰਕਾਰਾਂ ਇਸੇ ਨੀਤੀ ਤੇ ਚੱਲਦੀਆਂ ਰਹੀਆਂ ਤਾਂ ਦੇਸ਼ ਦੇ ਸੰਵਿਧਾਨ ਅਤੇ ਸਰਕਾਰਾਂ ਤੋਂ ਲੋਕਾਂ ਦਾ ਭਰੋਸਾ ਉੱਠਣਾ ਦੂਰ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਈ ਗੁਰਮੀਤ ਸਿੰਘ ਦੀ ਸ਼ਖਸੀਅਤ ਅਤੇ ਚਾਲ ਚੱਲਣ ਚੰਗਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪੱਕੀ ਜ਼ਮਾਨਤ ਰੱਦ ਕਰਕੇ ਮੁੜ ਜੇਲ੍ਹ ਭੇਜਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਜ਼ਮਾਨਤ ਰੱਦ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਹਰ ਪੱਧਰ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਸਿੱਖ ਸੰਸਥਾ ਪਹਿਲਾਂ ਵੀ ਬੰਦੀ ਸਿੰਘਾਂ ਦੇ ਮਸਲੇ ਵਿੱਚ ਕਦੇ ਖਾਮੋਸ਼ ਨਹੀਂ ਰਹੀ ਹੈ ਅਤੇ ਭਵਿੱਖ ਵਿੱਚ ਵੀ ਬੰਦੀ ਸਿੰਘਾਂ ਦੇ ਹੱਕ ਵਿੱਚ ਯਤਨ ਜਾਰੀ ਰੱਖੇ ਜਾਣਗੇ। किसानी संघर्ष दौरान किसानां दीयां शहीदियां रुकण दा नाम नहीं लै रहीआं हन। शंभू बार्डर उपर एक होर किसान शहीद हो गया। बीते दिनी साबका फौजी दया सिंह दी शंभू बार्डर उत्ते मौत हो गई है। दया सिंह दे दोवें पुत्तर विआहे होए हन ते उन्हां कोल 1.5 किला ਜ਼ਮੀਨ है। इस संबंधी किसानां दा कहना है कि मृतक किसान दी सेहत पिछले कई दिनां तो ठीक नहीं सी। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਹਨ। ਗਾਂਧੀ ਦੇ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਵੀ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਡਾਕਟਰ ਗਾਂਧੀ ਨੇ ਪਟਿਆਲਾ ਤੋਂ ਪਰਨੀਤ ਕੌਰ ਨੂੰ ਹਰਾਇਆ ਸੀ। ਕਿਆਸ ਆ ਰਹੀਆਂ ਹਨ ਕਿ ਕਾਂਗਰਸ ਉਹਨਾਂ ਨੂੰ ਪਟਿਆਲਾ ਤੋਂ ਉਮੀਦਵਾਰ ਬਣਾ ਸਕਦੀ ਹੈ ਕਿਉਂਕਿ ਪਰਨੀਤ ਕੌਰ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। साइड्स ना लेना या ठीक साइड ना लेना बहुत इंपॉर्टेंट सवाल है। आई वांट टू बी सीन ऑन द राइट साइड ऑफ हिस्ट्री in this in 2024 in the coming elections। मैं इतिहास के सही रास्ते और जो दुरुस्त रास्ता है उसकी साइड पे खड़ा होना चाहता हूँ। That's why I am with Congress। That's why I am with Congress। और जो देश की हालत है तो उसमें आप सब जानते हैं किस तरह जो धार्मिक ध्रुवीकरण है उसका जो बोलबाला है, जैसे देश को बांटा जा रहा है, नफरत का माहौल पैदा किया जा रहा है, जिसमें 2 स्लोगन जो जिसने सबसे मुझे प्रभावित किया वो था कि नफरत के बाजार में मोहब्बत की दुकान, और दूसरा था डरो मत, जो देश में दहशत का डर का एक वातावरण पैदा किया था इस पर मौजूदा पॉलिटिकल डिस्पेंसेशन ने, मौजूदा निजाम ने। जो देश सहमा हुआ देश था, सहमा हुआ विपक्ष था, आम लोग सहमे हुए थे, उसको जो नारा दिया डरो मत, इट अफेक्टेड मी रियली।
और सच में लोगों ने डरना बंद कर दिया मौजूदा सत्ता से। तो ये दो तीन बातें थी। तो व्हेन जब राहुल जी ने जब कॉल दिया आई रीच कन्याकुमारी, स्टेड देयर फॉर 2 days, फिर मैंने पंजाब में ज्वाइन किया, देन मैं जम्मू कश्मीर में, वहाँ 3 दिन रहा मैं कश्मीर में। आई फ्रॉम स्टार्ट टू एंड आई वॉज इमोशनली फिजिकली एसोसिएटेड विद भारत जोड़ो यात्रा एंड देन भारत जोड़ो न्याय यात्रा अगेन इन डिफरेंट फॉर्म्स। सो ये सारा कुछ एक थोड़ा प्रसंग है। तो देखो, एक तो मैंने पहले बोला है कि जो रिलीजियस पोलराइजेशन है, जो समाज को बांटने वाली है, देश को तोड़ने वाली है, दैट हैज टू बी फॉट। और मैं कहता हूं कि दिस इज ए वॉर विच हैज टू बी फॉट एंड आई एम गोइंग टू फाइट दिस वॉर। इलेक्शन, नो इलेक्शन, एमपी, नो एमपी, टिकट, नो टिकट, दैट्स नॉट द क्वेश्चन एट ऑल। इट वॉज नेवर फ्रॉम माई चाइल्डहुड टिल डेट। ना ये आम आदमी पार्टी ज्वाइन करने के समय था और ना ये आज है। I want to make it clear to media people and to the Congress party also. Congress does not need me. I need Congress because I have something inside me which is burning every time कि देश किधर जा रहा है। मैं जब पैदा हुआ था, मैं किस हवा में पैदा हुआ था, और आज जो हवा है वो कैसी हवा देश में चल रही है। ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉਜ਼ ਐਵੇਨਿਊ ਕੋਰਟ ਨੇ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਹੁਣ ਉਹ ਤਿਹਾੜ ਜੇਲ੍ਹ ਦੇ ਵਿੱਚ ਰਹੇਗਾ, ਜਿਸ ਤੋਂ ਬਾਅਦ ਕੇਜਰੀਵਾਲ ਦੇ ਸਮਰਥਕਾਂ ਨੇ ਬੀਜੇਪੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। खुद ਨੂੰ ਕੱਟੜ ਇਮਾਨਦਾਰ ਦੱਸਣ ਵਾਲਾ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਦੀ ਗਿਰਫਤ ਵਿੱਚ ਹੈ ਤੇ ਅੱਜ ਉਸ ਨੂੰ ਮੁੜ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜਾਂਚ ਏਜੰਸੀ ਨੇ ਕੇਜਰੀਵਾਲ ਦੀ 15 ਦਿਨਾਂ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਉੱਤੇ ਕੋਰਟ ਨੇ ਮੋਹਰ ਲਾ ਦਿੱਤੀ ਹੈ। ਈਡੀ ਨੇ ਅਦਾਲਤ ਤੋਂ ਕੇਜਰੀਵਾਲ ਨੂੰ 15 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਨੇ ਪੁੱਛਗਿੱਛ ਦੌਰਾਨ ਬਿਲਕੁਲ ਸਹਿਯੋਗ ਨਹੀਂ ਕੀਤਾ। ਉਹ ਟਾਲ ਮਟੋਲ ਜਵਾਬ ਦੇ ਰਹੇ ਹਨ ਤੇ ਆਪਣੇ ਫੋਨ ਦਾ ਪਾਸਵਰਡ ਵੀ ਨਹੀਂ ਦੱਸ ਰਹੇ ਤਾਂ ਜੋ ਜਾਂਚ ਅੱਗੇ ਵਧਾਈ ਜਾ ਸਕੇ। ਇਸ ਤੋਂ ਬਾਅਦ ਜੱਜ ਨੇ ਉਸ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ ਤੇ ਇਸ ਫੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਭਾਰੀ ਰੋਸ ਨਜ਼ਰ ਆਇਆ ਤੇ ਉਹ ਪਾਰਟੀ ਦੇ ਝੰਡੇ ਲੈ ਕੇ ਲਗਾਤਾਰ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਇਸ ਮੌਕੇ ਪੁਲਿਸ ਦੇ ਨਾਲ ਵੀ ਆਪ ਵਰਕਰਾਂ ਦੀ ਧੱਕਾ ਮੁੱਕੀ ਹੋਈ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਪਤਨੀ ਸੁਨੀਤਾ ਸੁਰਖੀਆਂ ਦੇ ਵਿੱਚ ਹੈ ਤੇ ਲਗਾਤਾਰ ਹੀ ਜੇਲ੍ਹ ਦੇ ਵਿੱਚੋਂ ਕੇਜਰੀਵਾਲ ਦੇ ਸੁਨੇਹੇ ਲੋਕਾਂ ਤੱਕ ਪਹੁੰਚਾ ਰਹੀ ਹੈ। ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ, ਜਿਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਕੇਜਰੀਵਾਲ ਦੀ ਪੇਸ਼ੀ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਸਭ ਭਾਜਪਾ ਬਦਲੇ ਦੀ ਰਾਜਨੀਤੀ ਤਹਿਤ ਕਰਵਾ ਰਹੀ ਹੈ। कोई मैसेज 11 दिन उनकी पूछताछ हुई है, पूछताछ पूरी हो गई है। अदालत ने दोषी नहीं कहा, उनको जेल में क्यों डाला है? मैम, क्या आने वाले कितने दिनों के बाद आप लोग, अब जेसी में भेज दिया गया है सीएम साहब को, तो कब बेल मूव करने की आप लोग तैयारी कर रहे हैं? इन लोगों का एक ही मकसद है, इनको चुनावों में उनको जेल में डालना है। देश की जनता इस तानाशाही का जवाब देगी। ਤੇ ਉਧਰ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਭਾਜਪਾ ਆਗੂ ਸ਼ਾਜ਼ੀਆ ਇਲਮੀ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਕਿਹਾ ਹੈ ਕਿ ਜੇ ਕੇਜਰੀਵਾਲ ਸੱਚਾ ਹੁੰਦਾ ਤਾਂ ਈਡੀ ਦੇ ਪਹਿਲੇ ਸੰਮਣ ਉੱਤੇ ਹੀ ਪੇਸ਼ ਹੋ ਜਾਂਦਾ। ਇਸ ਮੌਕੇ ਭਾਜਪਾ ਆਗੂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਜੋ ਕਾਰਵਾਈਆਂ ਹੋ ਰਹੀਆਂ ਨੇ ਉਹ ਕਾਨੂੰਨ ਤਹਿਤ ਹੀ ਹਨ। अरविंद केजरीवाल दरअसल ये कहना चाह रहे हैं कि अगर प्रधानमंत्री भारत को भ्रष्टाचार मुक्त करना चाह रहे हैं तो वो गलत है। ये वही केजरीवाल हैं जिनके पूरे करियर का लॉन्च हुआ था इंडिया अगेंस्ट करप्शन से, यानी कि भ्रष्टाचार मुक्त भारत के लिए जो उन्होंने आवाज़ उठाई थी, खासतौर से रामलीला मैदान में, जिसके लिए उन्होंने अन्ना हजारे को जिस तरह से इस्तेमाल किया वो हम सब जानते हैं। तो अब केजरीवाल अगर ये कह रहे हैं कि पीएम जो भी कर रहे हैं गलत है, यानी कि वो ये कहना चाह रहे हैं कि भ्रष्टाचार और भ्रष्टाचारी देश के लिए अच्छे हैं। सबसे पहले तो मैं कहना चाहूँगी कि जो अरेस्ट हुई है, गिरफ्तारी या फिर रिमांड में अगर वो हैं तो वो निराधार नहीं है। सबसे पहले मैं बता दूं कि 9 समन उनको पहले भेजे गए थे। इसके मुताल्लिक इस संदर्भ में 16 गिरफ्तारियां हुई हैं, जिसमें से मनीष सिसोदिया, संजय जी सिंह जी
और के कविता भी जेल में हैं, पूछताछ उनसे लगातार जारी है। यहाँ तक कि कुछ ना कुछ तो होगा ना कि सेशंस कोर्ट ने, हाई कोर्ट ने, सुप्रीम कोर्ट ने उनको बेल नहीं दी, यानी कि कुछ तो तथ्य होंगे, क्योंकि बेल तो सबको मिल जाती है। और अगर इस तरह से कोई विपक्ष के साथ कोई दुर्भावना थी तो आप ये बताइए मुझे कि चाहे नेशनल हेराल्ड का मामला हो या तेजस्वी यादव का मामला हो, किस तरह से सोनिया गांधी को, चिदम्बरम जी को, राहुल गांधी को, तेजस्वी यादव को, सबको बेल मिल गई है। ब्यूरो रिपोर्ट। ਪੰਜਾਬ ਦੇ ਕਿਸਾਨਾਂ ਉੱਤੇ ਭਗਵੰਤ ਮਾਨ ਸਰਕਾਰ ਨੇ ਵੱਡਾ ਡਾਕਾ ਮਾਰ ਦਿੱਤਾ ਹੈ। ਜਿਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਡੇ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਪੂਰਾ 1 ਸਾਲ ਤਸ਼ੱਦਦ ਝੇਲਦੇ ਰਹੇ, ਸੈਂਕੜੇ ਸ਼ਹੀਦੀਆਂ ਹੋਈਆਂ ਤੇ ਉਹਨਾਂ 3 ਕਾਲੇ ਕਾਨੂੰਨਾਂ ਵਿੱਚੋਂ ਇੱਕ ਕਾਲਾ ਕਾਨੂੰਨ ਭਗਵੰਤ ਮਾਨ ਸਰਕਾਰ ਨੇ ਲਾਗੂ ਕਰ ਦਿੱਤਾ ਹੈ। ਉਕਤ ਜਾਣਕਾਰੀ ਹਲਕਾ ਪਲਟ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਤੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਨਿੱਜੀ ਜਾਂ ਪ੍ਰਾਈਵੇਟ ਮੰਡੀਕਰਨ ਦਾ ਕਾਨੂੰਨ ਪੰਜਾਬ ਵਿੱਚ ਲਾਗੂ ਕਰ ਦਿੱਤਾ ਗਿਆ, ਜਿਸ ਸੰਬੰਧੀ ਖਹਿਰਾ ਨੇ ਕਈ ਦਸਤਾਵੇਜ਼ ਵੀ ਸਾਂਝੇ ਕੀਤੇ ਨੇ। ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਪਹਿਲਾਂ ਇਹ ਗੱਲਾਂ ਪ੍ਰਚਾਰੀਆਂ ਅਖਬਾਰਾਂ ਦੇ ਵਿੱਚ ਕਿ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਸਲ ਆ ਰਹੀ ਹੈ, ਇਹਦੀ ਸਟੋਰੇਜ ਵਾਸਤੇ, ਇਹਦੇ ਪ੍ਰਬੰਧ ਵਾਸਤੇ, ਇਹਨੂੰ ਸੰਭਾਲਣ ਵਾਸਤੇ ਸਾਡੇ ਕੋਲ ਵਿਵਸਥਾ ਨਹੀਂ ਗੀ ਤੇ ਇਹਨਾਂ ਨੇ ਮੰਡੀ ਬੋਰਡ ਦੇ ਵਿੱਚੋਂ ਇਹ ਹੁਕਮ ਪਾਸ ਕਰਤਾ। ਹੁਣ ਐਂ ਕਰੋ ਸੀਰੀਅਲ ਇਹ ਕੀ ਕੀਤੇ ਨੇ ਘੋਸ਼ਿਤ, ਜਿਹੜੇ ਸਾਈਲੋਜ਼ ਨੇ ਪੰਜਾਬ ਦੇ ਵਿੱਚ 9 ਵੱਡੇ ਸਾਈਲੋਜ਼ ਨੇ, 9 ਜ਼ਿਲ੍ਹਿਆਂ ਦੇ ਵਿੱਚ ਨੇ, ਉਹਨਾਂ 9 ਜ਼ਿਲ੍ਹਿਆਂ ਵਿੱਚੋਂ ਇਹਨਾਂ ਨੇ ਜਿਹੜੇ 9 ਸਾਈਲੋਜ਼ ਡੈਜ਼ਿਗਨੇਟ ਕਰਤੇ ਪ੍ਰਾਈਵੇਟ ਪਰਚੇਜ਼ ਸੈਂਟਰ, ਪ੍ਰਾਈਵੇਟ ਮੰਡੀ, ਔਰ ਉਹਨਾਂ ਵਿੱਚੋਂ 1 ਨੰਬਰ ਸੀਰੀਅਲ ਤੇ 6 ਨੰਬਰ ਸੀਰੀਅਲ ਤੇ ਨਿਗਾਹ ਮਾਰੋ। ਪਹਿਲਾਂ 1 ਨੰਬਰ ਤੇ ਮਾਰਿਓ ਜਿੱਥੇ ਕਿਤੇ, ਫਿਰ 6 ਨੰਬਰ ਤੇ। ਇਹ ਇੱਕ ਹੈਗਾ ਵਾ, ਤੁਸੀਂ ਨਿਗਾਹ ਮਾਰ ਲਈ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਜਿਹੜਾ 1 ਨੰਬਰ ਸਾਈਲੋ ਫਰੀਦਕੋਟ ਕੋਟਕਪੂਰੇ ਚ ਆ, ਇਹ ਅਡਾਨੀ ਗਰੁੱਪ ਦਾ ਹੈ, ਅਡਾਨੀ ਸਾਈਲੋ। ਇਹਦੀ ਕੈਪੈਸਿਟੀ ਹੈਗੀ ਆ ਦੇਖ ਲਓ ਅਡਾਨੀ ਲਿਖਿਆ ਵਰਡ, ਇਹਦੀ ਕੈਪੈਸਿਟੀ ਹੈਗੀ ਆ 25,000 ਟਨ ਕੈਪੈਸਿਟੀ, 25,000 ਟਨ ਮੈਟ੍ਰਿਕ ਟਨ। 6 ਨੰਬਰ ਫਿਰ ਇਸੇ ਤਰੀਕੇ ਨਾਲ ਮੋਗਾ ਵਿੱਚ, ਡਗਰੂ ਪਿੰਡ ਵਿੱਚ, ਨਿਗਾਹ ਮਾਰ ਲਓ 6 ਨੰਬਰ ਦੇ ਉੱਤੇ, ਐਨ ਜ਼ੂਮ ਇਨ ਕਰ ਦਿਓ ਚੰਗੀ ਤਰ੍ਹਾਂ। ਇਹਦੀ ਕੈਪੈਸਿਟੀ ਹੈਗੀ ਆ ਜੀ 20,000 ਮੈਟ੍ਰਿਕ ਟਨ ਕੈਪੈਸਿਟੀ ਆ। ਇਦਾਂ 9 ਜਿਹੜੇ ਸਾਈਲੋਜ਼ ਨੇ ਪੰਜਾਬ 'ਚ। ਅਕਸਰ ਹੁਣ ਸਾਈਲੋ ਕੋ ਗਰੀਬ ਬੰਦਾ ਤਾਂ ਬਣਾ ਨਹੀਂ ਸਕਦਾ, ਉਹਦਾ ਵੱਡੇ ਵੱਡੇ ਤਾਕਤਵਰ ਵਪਾਰੀਆਂ ਦੇ, ਕਾਰਖਾਨੇਦਾਰਾਂ ਦੇ, ਸ਼ਾਇਦ ਇਹਦੇ 'ਚ ਕੋਈ ਸਿਆਸਤਦਾਨ ਵੀ ਹੋਣਗੇ ਸਿੱਧੇ ਤੌਰ ਤੇ। ਇਹਨਾਂ ਦੇ ਸਾਈਲੋਜ਼ ਪ੍ਰਾਈਵੇਟ ਮੰਡੀ ਡਿਕਲੇਅਰ ਕਰਤਾ। ਹੁਣ ਪ੍ਰਾਈਵੇਟ ਮੰਡੀ ਦਾ ਮਕਸਦ ਸਾਦੇ ਸ਼ਬਦਾਂ 'ਚ ਇਹ ਆ ਕਿ ਇੱਕ ਤਾਂ ਵਿੱਚੋਂ ਜਿਹੜਾ ਪੱਲੇਦਾਰ ਸੀਗੇ ਉਹ ਸਾਰੇ ਕੱਟੇ ਗਏ, ਜਿਹੜੀ ਲੇਬਰ ਕਲਾਸ ਸੀ ਵਿਚਾਰੇ, ਜਿਹੜੇ ਪੈਸੇ ਕਮਾਉਂਦੇ ਨੇ ਮੰਡੀਆਂ 'ਚ ਮਿਹਨਤ ਕਰਦੇ ਨੇ, ਉਹ ਸਾਰੇ ਵੱਢ ਦਿੱਤੇ। ਆੜਤੀਏ ਸਾਰੇ ਕੱਟੇ ਗਏ। ਅਡਾਨੀ ਦਾ ਜਾਂ ਜਿਹੜੇ ਵੱਡੇ ਕਾਰਪੋਰੇਟ ਦੇ ਸਾਈਲੋਜ਼ ਨੇ, ਉਹ ਡਾਇਰੈਕਟ ਕਿਸਾਨ ਕੋਲੋਂ ਭਾਵੇਂ ਖੇਤ 'ਚੋਂ ਫਸਲ ਚੱਕ ਕੇ ਤੇ ਖੁੱਲੀ ਸਟੋਰੇਜ, ਉਹਦੇ 'ਚ ਕਿਸੇ ਬੋਰੀ 'ਚ ਨਹੀਂ ਪੈਣਾ, ਬੋਰੀਆਂ ਵੀ ਕੱਟੀਆਂ ਗਈਆਂ, ਉਹ ਚੱਕ ਕੇ ਖੁੱਲੀ ਫਸਲ ਆਪਣੇ ਸਾਈਲੋਜ਼ ਵਿੱਚ ਸਟੋਰ ਕਰ ਸਕਦੀ। ਕੀਮਤ ਉਹਨਾਂ ਦੀ ਮਰਜ਼ੀ ਹੈ। ਅੱਜ ਤਾਂ ਦੇਣਗੇ ਉਹ MSP ਦੇ, ਬਿਕੋਜ਼ ਸ਼ੋਰ ਬਹੁਤ ਆ ਸਾਡੇ ਦੇਸ਼ ਦੇ ਵਿੱਚ। ਜੇ ਪ੍ਰਾਈਵੇਟ ਨਿੱਜੀਕਰਨ, ਮੰਡੀਕਰਨ ਪ੍ਰਾਈਵੇਟਾਈਜ਼ ਹੁੰਦਾ ਰਿਹਾ, ਹੌਲੀ ਹੌਲੀ ਇਹ ਕਿਸਾਨਾਂ ਦਾ ਸ਼ੋਸ਼ਣ ਹੋਵੇਗਾ, ਬਿਕੋਜ਼ ਉਹ ਫਿਰ ਸਟੋਰੇਜ ਦੀ ਏਡੀ ਵੱਡੀ ਕੈਪੈਸਿਟੀ ਹੋ ਜਾਂਦੀ ਉਹਨਾਂ ਦੇ ਕੋਲ ਕਿ ਫਿਰ ਉਹ ਰੇਟ ਸਾਰੀ ਉਸ ਫਸਲ ਦਾ ਉਹ ਤੈਅ ਕਰਦੇ ਨੇ। ਮਿਸਾਲ ਦੇ ਤੌਰ ਤੇ ਸਾਡੇ ਗਵਾਂਢੀ ਸੂਬਾ ਹੈ ਰੂਸ ਦੇ ਵਿੱਚ ਫਸੇ ਭਾਰਤੀ ਨੌਜਵਾਨਾਂ ਨੇ ਸਰਕਾਰ ਨੂੰ ਇੱਕ ਵਾਰ ਮੁੜ ਮਦਦ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਕਹਿ ਰਹੇ ਹਨ ਕਿ ਭਾਰਤ ਸਰਕਾਰ ਸਾਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਵੇ, ਨਹੀਂ ਤਾਂ ਸਾਨੂੰ ਇੱਥੇ ਮਾਰ ਦਿੱਤਾ ਜਾਵੇਗਾ। ਤੇ ਦੂਜੇ ਪਾਸੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਪਰਿਵਾਰਕ ਮੈਂਬਰਾਂ ਨੇ ਵੀ ਸਰਕਾਰ ਅੱਗੇ ਮਦਦ ਦੀ ਅਪੀਲ ਕੀਤੀ ਹੈ। साथियों ने अपनी वीडियो के माध्यम से पहले भी बताया था कि हम यहाँ फंस चुके हैं और कल रात को हमें बिल्कुल फ्रंट लाइन के पास में डाल दिया है, और अब हमें अपनी भारत सरकार और इंडियन एम्बेसी को बताना चाहते हैं कि हमें जल्द से जल्द यहाँ से निकाल लिया जाए। और ना ही हमारे पास कोई इंडियन एम्बेसी या भारत सरकार की तरफ से कोई कॉल या मैसेज आया है। और यहाँ जो हमारे साथ पहले साथी थे, उनको 3 साथियों को हमारे पहले गोली लग चुकी है, जो हमारे साथ पहले पिछले कैंप में थे, और अब यहाँ पर हमारा बचना मुश्किल है। भारत सरकार से हम यही विनती करते हैं कि हमें जल्द से जल्द यहाँ से निकाल लिया जाए। धन्यवाद। ਜਦੋਂ ਉਹਨਾਂ ਨੇ ਫੜ ਲਿਆ, ਚਾਹੀਦਾ ਤੇ ਇਹ ਸੀ ਜੋ ਹੁੰਦਾ, ਜੇ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ, ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ, ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ, ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ। ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤੇ 1 ਸਾਲ ਵਾਸਤੇ ਆਰਮੀ ਜੁਆਇਨ ਕਰ ਲਓ, ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ।
ਇਹ ਬੱਚੇ ਸਾਡੇ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕੱਟਾਂਗੇ। ਫਿਰ ਫੋਮ ਜਿਹੜਾ ਸੀ ਫਾਰਮ, ਉਹਨਾਂ ਦੀ ਭਾਸ਼ਾ ਵਿੱਚ ਇਹਨੇ ਪੜ੍ਹਿਆ ਨਹੀਂ ਸੀ, ਇਹਨਾਂ ਨੂੰ ਜਾਂਦਾ ਵੀ ਕੀ ਲਿਖਿਆ, ਇਹਨਾਂ ਕੋਲੋਂ ਸਾਈਨ ਕਰਵਾ ਲਏ ਫਟਾਫਟ ਹੀ ਕਿ ਤੁਹਾਨੂੰ ਹੈਲਪਰ ਦੀ ਜੋਬ ਦਿੱਤੀ ਜਾਵੇਗੀ। ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਤਾਂ ਨਹੀਂ ਭੇਜੋਗੇ? ਕਹਿੰਦੇ ਨਹੀਂ, ਬਿਲਕੁਲ ਅੱਗੇ ਨਹੀਂ ਭੇਜਾਂਗੇ, ਤੁਹਾਨੂੰ ਹੈਲਪਰ ਦੀ ਜੋਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਿਕਿਉਰਿਟੀ ਹੈਡਕੁਆਟਰ ਜਾਂ ਕਿਤੇ ਤੁਹਾਨੂੰ ਦਿਆਂਗੇ। ਪਰ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ 'ਚ ਲੈ ਗਏ। ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਯੂਕਰੇਨ ਲੈ ਗਏ ਨੇ, ਜਿੱਥੇ ਕਬਜ਼ੇ ਕੀਤੇ ਹੋਏ ਨੇ, ਜਿੱਥੇ JCP ਮੋਰਚੇ ਪੁੱਟਦੀ ਹੈ ਤੇ ਇਹਨਾਂ ਕੋਲ ਸਫਾਈ ਕਰਾਉਂਦੇ ਨੇ। ਉੱਥੋਂ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ, ਉੱਥੋਂ ਫਿਰ ਉਹਨਾਂ ਨੇ ਫਰੰਟ ਲਾਈਨ ਤੇ ਭੇਜ ਦਿੱਤਾ। ਉਹਨਾਂ ਨੇ 6-7 ਦਿਨ 5-6 ਦਿਨ ਉੱਥੇ ਤਕਰੀਬਨ ਹਫ਼ਤਾ ਹੀ ਰੱਖਿਆ, ਫਰੰਟ ਲਾਈਨ ਤੇ ਲੈ ਗਏ ਸਨ, ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ। ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੌਣਾ ਤੇ ਕੀ ਕਹਿੰਦੇ ਇਸੇ ਤਰ੍ਹਾਂ ਨੀਂਦਰੇ ਰਹੇ। ਰਾਈਫਲਾਂ ਫੜਾ ਦਿੱਤੀਆਂ, ਹੱਥਾਂ ਵਿੱਚ ਬੰਬ ਫੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ, ਪਤਾ ਨਹੀਂ ਉਹ ਗਾਈ ਦਾ ਮਾਸ ਖਾਂਦੇ ਨੇ, ਕਾਹਦਾ ਖਾਂਦੇ ਨੇ, ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਧਾ ਜਾਂਦਾ ਸਾਡੇ ਕੋਲੋਂ, ਅਸੀਂ ਬਹੁਤ ਤੰਗ ਸਾਂ। ਤੇ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ, ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ? ਕਹਿੰਦੇ ਅਸੀਂ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ, ਬਿਲਕੁਲ ਕੁਝ ਨਹੀਂ ਖਾਧਾ। ਫਿਰ ਉਸ ਆਫਿਸਰ ਨੇ ਕੁਝ ਨਾ ਕੁਝ ਇਹਨਾਂ ਨੂੰ ਕੁਝ ਖਾਣ ਨੂੰ ਹੋਰ ਕੁਝ ਦਿੱਤਾ। ਦਿੱਲੀ ਵਿਧਾਨ ਸਭਾ ਦੀ ਬੈਠਕ ਸੋਮਵਾਰ ਨੂੰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ 8 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਆਪ ਵਿਧਾਇਕ ਰਾਜੇਸ਼ ਗੁਪਤਾ ਨੇ ਭਾਜਪਾ ਤੇ ਆਬਕਾਰੀ ਨੀਤੀ ਮਾਮਲੇ ਦੇ ਵਿੱਚ ਇੱਕ ਦੋਸ਼ੀ ਤੋਂ ਚੋਣ ਬਾਂਡ ਰਾਹੀਂ 60 ਕਰੋੜ ਰੁਪਏ ਵਸੂਲਣ ਦਾ ਦੋਸ਼ ਲਗਾਇਆ ਤੇ ਭਾਜਪਾ ਤੋਂ ਇਸ ਤੇ ਜਵਾਬ ਮੰਗਿਆ। ਇਸ ਦੇ ਜਵਾਬ ਦੇ ਵਿੱਚ ਭਾਜਪਾ ਵਿਧਾਇਕਾਂ ਨੇ ਆਪ ਖਿਲਾਫ ਨਾਅਰੇਬਾਜ਼ੀ ਕੀਤੀ, जिस तो बाद सदन की कार्रवाई 8 अप्रैल तक मुलतवी कर दी गई है। जो अपने बन के आओगे तो उसके ऊपर किस तरीके से क्या बात कर सकते हो? ये बार बार बस एक ही बात को रखते हैं कि आप इस तरफ को आओ, आपको बहुत सारे फायदे होंगे, कि नहीं तो वहां पर आपको जेल में डाल देंगे, वहां पे आपको ईडी के पास हो जाएगी। मैं समय की गरिमा को देखते हुए सर बस एक बात पूछना चाहता हूं, बड़ा सिंपल सा एक पॉइंट है, ये 5वीं क्लास का बच्चा समझ सकता है, मुझे लगता है यहां तो सब बड़े समझदार 2-3 बार के विधायक हैं। एक सिंपल सा पॉइंट है कि जिसको इन्होंने खुद गिरफ्तार करा, शरद रेड्डी को इन्होंने गिरफ्तार करा, इनकी ईडी ने करा, उससे इन्होंने 5 करोड़ रुपए क्यों लिए इलेक्टोरल बॉन्ड में? क्या इनको नहीं मालूम था? ये खुद ही करे थे ना कि शराब का साउथ का किंग पिन है। उसी आदमी की जब ईडी जमानत देती है, ईडी इस पर कोई सवाल नहीं खड़ा करती, जाने दो, उसी से ये 55 करोड़ रुपए दोबारा ले लेते हैं। तो सर मेरा सवाल इस बात का है कि ये हफ्ता वसूली करी गई, इसका जवाब कौन देगा? तो इसका जवाब चाहिए सर। सारी बातें बेकार है, पन्ने बहुत सारे थे मेरे पास में, लेकिन मेरा दिमाग उसके आगे जा नहीं रहा सर। मैं ये जानना चाहता हूं कि ये 60 करोड़ रुपए जो हफ्ता वसूली करी गई, इसका जवाब कौन देगा? तो ये विजेंद्र जी देंगे, मैं अभी पूछूंगा इनसे, भाजपा वाले देंगे। मुझे लगता है कि इसके आगे मैं बात ही नहीं करूंगा, ये जवाब देंगे, और कोई बात इस बात का जवाब देंगे, और ये बात यही खत्म नहीं होगी। ये बात मैं पूछ रहा हूं बार बार, जवाब दो सर। आ लो भाई सारे, नहीं आप जवाब दोगे? माननीय सदस्य गणों से प्रार्थना है अपने अपने स्थान पर बैठे। माननीय सदस्यगण कृपया अपने स्थान पर बैठे। माननीय सदस्यगण कृपया अपने स्थान पर बैठे। अब सदन की कार्रवाई सोमवार दिनांक 8 अप्रैल 2024 को पूर्वाह्न 11 बजे तक के लिए स्थगित की जाती है। धन्यवाद। पंजाब के अमृतसर जिले में वड्डी वारदात वापरी है। इत्थे दिन दिहाड़े एक नौजवान का गोलियां मार के कतल कर दिता गया। मृतक की पछाण 35 साला जसवीर वजों हुई है। दस्सिया जा रहा है इस वारदात नूं अंजाम मोटरसाइकिल उत्ते आए अणपछातियां वल्लों दित्ती गई है। जानकारी मुताबिक जसवीर सिंह परिवार समेत ट्रैक्टर ट्राली उत्ते श्री हरनपुर साहिब लई रवाना होया सी। इस दौरान तरनतारन नेड़े मोटरसाइकिल सवार अणपछातियां ने उस उत्ते हमला कर दिता, जिस तो बाद उसकी मौत हो गई।
ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਜੱਜ ਇੱਕ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ। ਹੀਰਾ ਵੀ ਦੋ ਕਹਿੰਦਾ ਸਾਡਾ ਗਵਾਂਢੀ ਸਾਹਮਣੇ ਰਹਿੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ। ਦੋ ਮੁੰਡੇ ਆਏ ਤੇ ਉਹਨਾਂ ਦੇ 3 ਗੋਲੀਆਂ ਲੱਗ ਗਈਆਂ ਤੇ ਉਸ ਤੋਂ ਬਾਅਦ ਹਸਪੀਟਲ ਲੈ ਕੇ ਉਹਨਾਂ ਦੀ ਡੈਥ ਹੋ ਗਈ। ਉਹ ਨਹੀਂ ਹੈਗੇ। ਕੋਈ ਪੁਰਾਣੀ ਰੰਜਿਸ਼? ਹਾਂਜੀ ਹੈਗੀ ਸੀ, ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ। ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ। ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਤੇ ਜਿਨ੍ਹਾਂ ਵੱਲੋਂ ਗੋਲੀਆਂ ਚਲਾਈ ਉਹ ਕਿੰਨੇ ਜਣੇ ਆਏ ਸੀ? ਉਹ 2 ਜਾਣੇ ਮੁੰਡੇ ਸੀਗੇ। ਹਾਂਜੀ ਮੋਟਰਸਾਈਕਲ ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਤੇ ਮਗਰ ਆਇਆ ਸੀਗਾ। 3 ਗੋਲੀਆਂ ਤਿੰਨੇ ਲੱਗੀਆਂ ਆ। ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹਾਂਜੀ ਫਰਾਰ ਹੋ ਗਿਆ ਮੁੜ ਕੇ? ਉਹ ਗੱਡੀ ਦੇ ਮਗਰ ਆਉਣ ਦਿਆ ਸੀਗਾ। ਉਸ ਤੋਂ ਬਾਅਦ ਗਾਣਾ ਹੀ ਨਹੀਂ ਵੇਖਿਆ। ਉਸ ਤੋਂ ਬਾਅਦ ਕਿੱਧਰ ਚਲੇ ਗਏ ਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ। ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ। ਅਨੰਦਪੁਰ ਸਾਹਿਬ ਦੇ ਵਿੱਚ? ਹਾਂਜੀ ਅਨੰਦਪੁਰ ਸਾਹਿਬ ਜਾਂਦੇ ਸੀਗੇ। ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਦੋਨਾਂ ਮਾਂ ਪੁੱਤਾਂ ਤੇ। ਉਹਨਾਂ ਦਾ ਹੀ ਹੱਥ ਹੈ ਪੂਰਾ। ਹੀਰਾ ਹੀਰੇ ਨੇ ਮਰਵਾਇਆ ਹੈ ਉਹਨੂੰ। ਉਹ ਮੂੰਹ ਆਂਦੇ ਹੁੰਦੇ ਸੀ ਅਸੀਂ ਇਹਨੂੰ ਮਾਰਨਾ ਆ। ਇਹਦੇ ਮਗਰ ਲੱਗੇ ਸੀਗੇ ਬੜੇ ਚਿਰ ਦੇ। ਉਹਨਾਂ ਨੂੰ ਪਤਾ ਸੀ ਅਸੀਂ ਅਨੰਦਪੁਰ ਸਾਹਿਬ ਜਾਣਾ ਆ ਤੇ ਉਸ ਰਾਤ ਦਾ ਉਹਨਾਂ ਨੂੰ ਪਤਾ ਸੀ ਤੇ ਸਵੇਰੇ ਉਹਨਾਂ ਨੇ ਆਹ ਕੰਮ ਕੀਤਾ ਆ। ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ। ਉਹਨਾਂ ਤੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ। ਹੀਰਾ ਮਗਰ ਗੱਡੀ ਲਾ ਕੇ ਸਾਬਾ ਹੀਰਾ ਨੂਰ ਮਗਰੇ ਲੱਗਿਆ। 2 ਬੰਦੇ ਨਾ ਤਰਨਤਾਰਨ ਨੂੰ ਲੈ ਪਤਾ ਨਹੀਂ ਤਰਨਤਾਰਨ ਦੇ ਕਿੱਥੋਂ ਦੇ ਆ ਜਿਨ੍ਹਾਂ ਗੋਲੀਆਂ ਮਾਰੀਆਂ। ਇਹਨੇ ਪੂਰੀ ਸੂਹ ਰੱਖੀ ਆ ਵੀ ਕਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ। ਕਿਹਨੇ ਸੂਹ ਰੱਖੀ ਹੈ ਜੀ? ਹੀਰੇ ਨੇ। ਤੇ ਕਿਹਦੇ ਗੋਲੀ ਵੱਜੀ ਹੈ ਜੀ? ਜੱਜਵੀਰ ਦੇ। ਤੁਸੀਂ ਕੀ ਲੱਗਦੇ ਤੇ ਉਹ ਤੁਹਾਡੇ? ਮੇਰਾ ਮੁੰਡਾ ਜੀ। ਕਿੰਨੀ ਉਮਰ ਹੋਵੇਗੀ? ਇਹਦੀ 40 ਸਾਲ ਉਮਰ ਜੀ। ਤੇ ਵਿਆਹ ਜੀ? ਵਿਆਹ ਜੀ 2 ਬੱਚੇ ਜੀ। ਕੋਈ ਪੁਰਾਣੀ ਰੰਜਿਸ਼ ਲੱਗਦੀ? ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਸ ਤਰ੍ਹਾਂ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੀ ਖੌਰ ਰੱਖੀ ਆਉਂਦੇ ਬੜੇ ਚਿਰ ਦੀ ਖੌਰ ਪੁਰਾਣੀ ਰੱਖੀ ਆਉਂਦੇ। ਉਹ ਆਂਦੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਉਹਦਾ। ਕਿੰਨੀਆਂ ਗੋਲੀਆਂ ਲੱਗੀਆਂ? 4 ਗੋਲੀਆਂ ਲੱਗੀਆਂ। 4 ਗੋਲੀਆਂ ਲੱਗੀਆਂ ਜੀ। ਪੁਲਿਸ ਪਹੁੰਚੇ ਮੌਕੇ ਤੇ? ਪੁਲਿਸ ਗਈ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਵੇ ਇਹਨਾਂ ਦਾ। ਇਹਦਾ ਇੱਕ ਬਾਹਰ ਇਹਦਾ ਕੀ ਲੱਗਦਾ ਪੱਕਾ ਕੀ ਲੱਗਦਾ ਹਥਿਆਰ ਥੂ ਉਦੋਂ ਗੈਂਗਸਟਰ ਬਣਿਆ। ਇਹ ਪਿੰਡ ਦੋਕੇ ਥਾਣਾ ਕਰਿੰਡਾ ਇਹਨਾਂ ਦੀ ਆਪਸ ਚ ਪਿੰਡ ਦੀ ਕੋਈ ਟੱਸਰਬਾਜੀ ਆ। ਆਪਸ ਚ ਜ਼ਮੀਨ ਤੋਂ ਝਗੜਾ ਚੱਲਦਾ ਆ। ਇਹ ਅੱਜ ਜਾ ਰਹੇ ਸੀਗੇ ਮੱਥਾ ਟੇਕਣ ਟਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ। ਬਾਕੀ ਆਪਾਂ ਤਫਤੀਸ਼ ਕਰ ਰਹੇ ਹਾਂ। ਗੋਲੀਆਂ ਲੱਗੀਆਂ ਕਿੱਥੇ ਕਿਹੜੀ ਜਗ੍ਹਾ ਤੇ? ਲੰਮੇ ਸਮੇਂ ਤੋਂ ਬਾਅਦ ਆਖਿਰਕਾਰ ਸਿੱਖ ਸੰਗਤ ਦੀ ਅਰਦਾਸ ਪੂਰੀ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ ਤੋਂ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਤੱਕ ਪਹਿਲੀ ਫਲਾਈਟ ਰਵਾਨਾ ਹੋਈ ਹੈ, ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ 에ਅਰਪੋਰਟ ਨੰਦੇੜ ਵਿਖੇ ਸਟਾਰ ਏਅਰ ਦੀ ਪਹਿਲੀ ਫਲਾਈਟ ਪੁੱਜਣ ਤੇ ਸ੍ਰੀ ਹਜੂਰ ਸਾਹਿਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਹੈ। ਇੱਥੇ ਵੀ ਦੱਸ ਦਈਏ ਕਿ ਕਰੋਨਾ ਕਾਲ ਦੌਰਾਨ ਇਹ ਫਲਾਈਟਾਂ ਬੰਦ ਹੋ ਗਈਆਂ ਸਨ ਤੇ ਲੰਮੇ ਸਮੇਂ ਤੋਂ ਬਾਅਦ ਸੰਗਤ ਇਹਨਾਂ ਫਲਾਈਟਾਂ ਨੂੰ ਦੁਬਾਰਾ शुरू किए जाने की मंग कर रही सी। ये तो आई थिंक चेयरमैन सर ही बता सकते हैं कि कितना सहयोग रहा है। हम लोगों ने लगा ऑलमोस्ट 2 साल से वो कोई एयरलाइन नहीं है जो जिस एयरलाइन को हम लोगों ने अप्रोच नहीं किया। सारी एयरलाइंस को, मिनिस्ट्री को, DGCA को, सबको हम लोगों ने अप्रोच किया। इसके साथ साथ में आपने एयरपोर्ट का देखा भी होगा, हमने इसको पूरा का पूरा रिफर्बिश किया सारा का सारा। वी हैव स्पेंट क्वाइट अ लॉट मनी जस्ट टू एश्योर कि हमारी यहाँ पे फ्लाइट आ जाएगी, कामयाब फ्लाइट रही, हमारे लिए भी अच्छा है और यहाँ पे सबके लिए अच्छा रहेगा। थैंक यू वेरी मच सर, ऑल द बेस्ट। जब हम हजूर साहब की जब साहब ने सेवा ली थी और अरदास की थी साहब कि असी इत्थे फ्लाइट लैके आई है और अज वो अरदास जिहड़ी है अकाल पुरख के अगे अरदास अकाल पुरख के अगे पूरी हुई है। और मैं एक सब संगत का उपराला भी है, अरदास भी है कि असी पहली फ्लाइट लैके, क्योंकि असी तो एक नौकर हाँ, असी एक चाकर है, इत्थे दे सेवादार हाँ कि इत्थे फ्लाइट लैके असी नहीं आए, सारी संगत मिल के आई है। मैं सब का धन्यवाद करदा और रेगुलर है फ्लाइट चलती रहेगी, उन्हें फ्लाइट कभी भी बंद नहीं होएगी। नहीं हजूर साहब पहुँच के अच्छा लग रहा है। फ्लाइट तो आए हैं, पहले डायरेक्ट फ्लाइट चालू हुई है कोविड के बाद, सबसे बड़ा खुशी का मौका है। तो अरदास थी मन में काफ़ी समय से की फ्लाइट? बिल्कुल अरदास थी, सारी संगत वास्ते अच्छा है, सानू अरदास तो हैगी। सब साढ़े 5 तक तो एक तख्त है हजूर साहब जी आने की तो इच्छा कर दी है, जरा सहूलियत हो जाएगी आने की। फ्लाइट पर पहुँचे हैं जी। अज बहुत ही सुभागा भरिया दिन वा कि पंजाब दी संगतां जिहड़ियां वा हजूर साहब की मतलब पावन धरती के उत्ते नसमस्तक होने लई होई आईयां ने। सो ये सारा जिहड़ा जतन आ डॉक्टर विजय सतबीर सिंह जी जो एडमिन ने तख्त श्री हजूर साहब जी के, उन्होंने के जतन सदका ही जी फ्लाइट शुरू हुई है तो असी बहुत ही इन्हों के धन्यवादी हाँ। थैंक यू।
वाहिगुरू जी का खालसा वाहिगुरू जी की फतेह। आज बहुत ही खुशी का दिन है कि ये फ्लाइट हमारे पंजाब से दिल्ली होकर नांदेड़ साहब पहुंची है, और उससे भी ज़्यादा खुशी की बात है कि इसके प्रबंधक बॉबी जी और डॉक्टर साहब खुद पंजाब से फ्लाइट को लेने गए और अपने यात्रियों को लेकर इधर आए। इनके सदके ही ये दर्शन हो रहे हैं। हम अकाल पुरख के और इनके सभी संगत के बहुत धन्यवादी हैं जिन्होंने ये उपराला किया। सो फिलहाल ਦੇ ਲਈ ਪੰਜਾਬ ਨਿਊਜ਼ ਵਿੱਚ ਇੰਨਾ ਹੀ। ਮੈਨੂੰ ਦੁਆ ਗਿਆ। ਧੰਨਵਾਦ।